ਭਾਰਤ ਦੇ ਇਸ ਗੁੰਡੇ ਪ੍ਰਾਈਮ ਮਿਨਿਸਟਰ ਮੋਦੀ ਨੂੰ 2-4 ਲਫ਼ਜ਼ ਅੰਗਰੇਜ਼ੀ ਦੇ ਰਟਾਏ ਹੋਏ ਨੇ ਇਹਦੇ ਆਕਾਵਾਂ ਨੇ। ਉਹ ਜਿੱਥੇ ਜਾਂਦਾ ਹੈ ਇੱਥੋਂ ਗੱਲ ਸ਼ੁਰੂ ਕਰਦਾ ਹੈ ਕਿ ਇੰਡੀਆ ਇਜ਼ ਦਾ ਮਦਰ ਆਫ ਡੈਮੋਕ੍ਰੇਸੀ। ਚਲੋ ਗਾਂ ਨੂੰ ਮਾਤਾ ਕੋ ਤਾਂ ਸਮਝ ਆ ਸਕਦੀ ਹੈ, ਉਹ ਤਾਂ ਦੁਨੀਆ ਵੀ ਹੱਸ ਪੈਂਦੀ ਹੈ ਕਿ ਅੱਛਾ ਇਹ ਤੁਹਾਡੀ ਮਾਂ ਹੈ ਤੇ ਤੁਹਾਡੀ ਅਸਲੀ ਮਾਂ ਦਾ ਜਿਹੜਾ ਹੈ ਉਹਦਾ ਕੀ ਰੁਤਬਾ ਹੈ। ਲੇਕਿਨ ਇਹ ਇੱਥੇ ਵੀ ਜਦੋਂ ਹੁਣ ਆਇਆ ਕਿ ਇੰਡੀਆ ਇਜ਼ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਹੁਣ ਪਿਛਲੇ 10-12 ਘੰਟੇ ਤੋਂ WhatsApp, Instagram, Facebook ਇਹ ਸਾਰੇ ਵੀ ਬੰਦ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜੀ ਕੋਈ ਗਲੋਬਲ ਗਲਿਚ ਹੋ ਗਈ, ਉਹਨਾਂ ਨੇ ਵੀ ਕਿਹਾ ਹੋ ਸਕਦਾ ਇਹਦੇ ਵਿੱਚ ਕਾਫੀ, ਕਿਉਂਕਿ ਹੁਣ ਉੱਥੇ ਉਹਨਾਂ ਦੇ ਸ਼ੇਅਰ ਵੀ ਵਿੱਚ ਬੜੇ ਹੋਏ ਨੇ ਤੇ ਇਹਨਾਂ ਦੇ ਟੈਕੀ ਵੀ ਵਿੱਚ ਬੜੇ ਹੋਏ ਨੇ ਕਿ ਵੀ ਇਹ ਕਿਉਂਕਿ ਲਖੀਮਪੁਰ ਖੀਰੀ ਤੋਂ ਲੈ ਕੇ 6 ਜ਼ਿਲ੍ਹਿਆਂ 'ਚ ਤਾਂ ਇੰਟਰਨੈਟ ਉਹਨਾਂ ਨੇ ਰਾਈਟ ਅਵੇ ਬੰਦ ਕਰਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਵੇਲੇ ਉਹ ਇਸ ਹੱਦ ਤੱਕ ਵਿੱਚ ਬੜੇ ਹੋਏ ਨੇ ਕਿ ਇਹ ਬਾਹਰਲੇ ਸਾਰੇ ਨੂੰ ਵੀ ਅਪਸੈਟ ਕਰ ਸਕਦੇ ਨੇ। ਜਦੋਂ ਅਸੀਂ ਜਮਹੂਰੀਅਤ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਵੀ ਇੱਕ ਧਿਰ ਨਫ਼ਰਤ ਵੀ ਫੈਲਾ ਸਕਦੀ ਹੈ, ਜਿਵੇਂ ਟਰੰਪ ਈਰਾ 'ਚ ਆਈ, ਸੁਸਾਇਟੀ ਨੂੰ ਪੋਲਰਾਈਜ਼ ਵੀ ਕਰ ਸਕਦੀ ਹੈ, ਪਰ ਉਹ ਮੀਡੀਆ, ਜੁਡੀਸ਼ਰੀ ਔਰ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਬਲੈਕਮੇਲ ਹੋਣ ਤੋਂ ਨਾ ਕਰਦੀਆਂ ਨੇ। ਅਮਰੀਕਾ ਬਚ ਜਾਂਦਾ ਹੈ ਕਿ ਇਹ ਜੁਡੀਸ਼ਰੀ ਨੂੰ ਐਜ਼ ਏ ਸੌਰਡ ਬਣਾ ਕੇ, ਤਲਵਾਰ ਬਣਾ ਕੇ ਫਾਰਮਰ ਮੂਵਮੈਂਟ ਦਾ ਘਾਣ ਕਰਨਾ ਚਾਹੁੰਦੇ ਨੇ ਔਰ ਉਸ ਦੇ ਜਿਹੜੇ ਨੇ ਆਸਾਰ ਕਲੀਅਰਲੀ ਹੁਣ ਨਜ਼ਰ ਆ ਰਹੇ ਨੇ। ਸੁਪਰੀਮ ਕੋਰਟ ਦਾ ਇੱਕ ਜੱਜ ਕਹਿੰਦਾ ਹੈ, ਜਸਟਿਸ AM ਖਾਨਵਿਲਕਰ, ਕਿ ਅਸੀਂ ਤਾਂ ਕਾਨੂੰਨ ਰੋਕੇ ਹੋਏ ਨੇ, ਜ਼ਾਹਰ ਹੈ 18 ਮਹੀਨੇ ਲਈ ਸਸਪੈਂਡ ਨੇ। ਉਹਨਾਂ ਨੇ ਕਿਹਾ ਕੋਈ ਲਾਗੂ ਤਾਂ ਹੈ ਨਹੀਂ, ਅਸੀਂ ਤਾਂ ਪਹਿਲਾਂ ਹੀ ਸਸਪੈਂਡ ਕੀਤੇ ਹੋਏ ਨੇ। ਉਹ ਪ੍ਰੋਟੈਸਟਿੰਗ ਅਬਾਊਟ, ਉਹ ਕਾਹਦੇ ਤੇ ਪ੍ਰੋਟੈਸਟ ਕਰ ਰਹੇ ਨੇ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਫਿਰ ਦੁਬਾਰਾ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ। ਸੋ ਕਿਸਾਨ ਅੰਦੋਲਨ ਸੰਬੰਧੀ ਜਿਹੜੀ ਚੱਲ ਰਹੀ ਇੱਕ ਰਿਟ ਪਟੀਸ਼ਨ ਦੀ ਸੁਣਵਾਈ ਦੌਰਾਨ ਭਾਰਤੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਜਦੋਂ ਖੇਤੀ ਕਾਨੂੰਨਾਂ ਸੰਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ ਤਾਂ ਫਿਰ ਕਿਸਾਨਾਂ ਵੱਲੋਂ ਧਰਨਾ ਦੇਣਾ ਜਾਂ ਪ੍ਰੋਟੈਸਟ ਕਰਨਾ ਬੇਲੋੜੀਂਦਾ ਹੈ। ਸੋ ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਸੁਪਰੀਮ ਕੋਰਟ ਨੂੰ ਵਰਤ ਕੇ ਕਿਸਾਨ ਧਰਨੇ ਨੂੰ ਗੈਰ ਕਾਨੂੰਨੀ ਕਰਾਰ ਦੇ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਇਸ ਗੁੰਡੇ ਪ੍ਰਾਈਮ ਮਿਨਿਸਟਰ ਮੋਦੀ ਨੂੰ 2-4 ਲਫ਼ਜ਼ ਅੰਗਰੇਜ਼ੀ ਦੇ ਰਟਾਏ ਹੋਏ ਨੇ ਇਹਦੇ ਆਕਾਵਾਂ ਨੇ। ਉਹ ਜਿੱਥੇ ਜਾਂਦਾ ਹੈ ਇੱਥੋਂ ਗੱਲ ਸ਼ੁਰੂ ਕਰਦਾ ਹੈ ਕਿ ਇੰਡੀਆ ਇਜ਼ ਦਾ ਮਦਰ ਆਫ ਡੈਮੋਕ੍ਰੇਸੀ। ਚਲੋ ਗਾਂ ਨੂੰ ਮਾਤਾ ਕੋ ਤਾਂ ਸਮਝ ਆ ਸਕਦੀ ਹੈ, ਉਹ ਤਾਂ ਦੁਨੀਆ ਵੀ ਹੱਸ ਪੈਂਦੀ ਹੈ ਕਿ ਅੱਛਾ ਇਹ ਤੁਹਾਡੀ ਮਾਂ ਹੈ ਤੇ ਤੁਹਾਡੀ ਅਸਲੀ ਮਾਂ ਦਾ ਜਿਹੜਾ ਹੈ ਉਹਦਾ ਕੀ ਰੁਤਬਾ ਹੈ। ਲੇਕਿਨ ਇਹ ਇੱਥੇ ਵੀ ਜਦੋਂ ਹੁਣ ਆਇਆ ਕਿ ਇੰਡੀਆ ਇਜ਼ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਸੀਂ ਡੈਮੋਕ੍ਰੇਸੀ ਨੂੰ ਸਿੰਪਲੀ ਡਿਫਾਈਨ ਕਰਦੇ ਹੋ, ਹਾਲਾਂ ਉਹਦੀਆਂ ਬਹੁਤ ਡੈਫੀਨੇਸ਼ਨਸ ਨੇ ਜਮਹੂਰੀਅਤ ਦੇ ਨਾਂ ਥੱਲੇ, ਲੇਕਿਨ ਅਮਰੀਕਾ ਦੇ ਵਿੱਚ ਜਾਂ ਸਾਡੇ ਵੀ ਸਕੂਲ ਡੇਜ਼ ਦੇ ਵਿੱਚ ਜਿਹੜੀ ਪਪੂਲਰ ਕੋਟ ਸੀ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਲਿੰਕਨ ਨੂੰ ਕੋਟ ਕੀਤਾ ਜਾਂਦਾ ਸੀ ਕਿ ਲੋਕ ਬਣਾਉਂਦੇ ਨੇ। ਲੇਕਿਨ ਜਦੋਂ ਤੁਸੀਂ ਉਹਨਾਂ ਦੇ ਸਟਰਕਚਰ ਦੇਖਦੇ ਹੋ, ਅਕਾਊਂਟੇਬਿਲਿਟੀ, ਹਰ ਕੀਤੇ ਕਾਰੇ ਦਾ ਹਿਸਾਬ ਕਿਤਾਬ, ਇਹ ਕਿਸੇ ਵੀ ਸਿਸਟਮ ਦਾ ਜਿਹਦੇ ਚ ਅਦਲ ਹੈ, ਜਸਟਿਸ ਹੈ, ਇਨਸਾਫ ਹੈ, ਉਹ ਪਹਿਲਾ ਪਾਰਟ ਹੁੰਦਾ। ਹਾਲਾਂਕਿ ਕੋਈ ਵੀ ਸਿਸਟਮ, ਭਾਵੇਂ ਉਹ ਮੋਨਾਰਕੀਜ਼ ਨੇ, ਅਰਿਸਟੋਕ੍ਰੇਸੀਜ਼ ਨੇ ਜਾਂ ਡਿਕਟੇਟਰਸ਼ਿਪਸ ਨੇ, ਮੁੱਢਲੀ ਚੀਜ਼ ਤਾਂ ਇਹੀ ਹੁੰਦੀ ਹੈ, ਸੇਫਟੀ ਐਂਡ ਸਿਕਿਉਰਿਟੀ ਐਂਡ ਜਸਟਿਸ, ਕਿ ਤੁਹਾਡਾ ਨਾਗਰਿਕ ਸੇਫ ਮਹਿਸੂਸ ਕਰੇ, ਉਹ ਸਟੇਟ ਉਹਦੀ ਸਿਕਿਉਰਿਟੀ ਨੂੰ ਯਕੀਨੀ ਬਣਾਏ ਔਰ ਉਸ ਨੂੰ ਜਿਹੜਾ ਹੈ ਉਹ ਅਦਲ ਮਿਲੇ, ਇਨਸਾਫ ਮਿਲੇ। ਬਾਕੀ ਫਿਰ ਤੁਹਾਡੀ ਪ੍ਰੋਸਪੈਰਿਟੀ ਜਿਹੜੀ ਹੈ, ਰੋਟੀ, ਕੱਪੜਾ, ਮਕਾਨ, ਤੁਹਾਡੀਆਂ ਲੋੜਾਂ, ਤੇ ਫਿਰ ਜਿਹੜਾ ਅੱਜ ਦਾ ਅਸੀਂ ਵੈਲਫੇਅਰ ਸਟੇਟਸ ਤੱਕ ਦਾ ਕਨਸੈਪਟ ਦੇਖਦੇ ਹਾਂ ਕਿ ਭਾਈ ਤੁਹਾਡੀ ਸੁਸਾਇਟੀ, ਜਿਹੜੇ ਲੋਕ ਐਫਲੂਐਂਟ ਨੇ ਉਹ ਟੈਕਸ ਦਿੰਦੇ ਨੇ, ਉਹਨਾਂ ਦੇ ਨਾਲ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈ ਉਹਨਾਂ ਦਾ ਤੁਸੀਂ ਧਿਆਨ ਰੱਖਦੇ ਹੋ, ਜਿਨ੍ਹਾਂ ਕੋਲ ਫੂਡ ਨਹੀਂ ਹੈ ਉਹਨਾਂ ਦੇ ਲਈ ਫੂਡ ਸਟੈਂਪਸ ਨੇ। ਇਸੇ ਲਈ ਫਿਰ ਡੈਮੋਕ੍ਰੇਸੀਜ਼ ਨੇ, ਜਿਵੇਂ ਅਮਰੀਕਾ 'ਚ ਅਸੀਂ ਚੈਰੀਟੇਬਲ ਆਰਗੇਨਾਈਜੇਸ਼ਨਸ ਦੇਖਦੇ ਹਾਂ ਕਿ ਭਾਈ ਜੇ ਤੁਸੀਂ ਆਪਣੀ ਕਮਾਈ ਚੈਰੀਟੇਬਲ ਨੂੰ ਦਿੰਦੇ ਹੋ, ਤੁਸੀਂ ਟੈਕਸ ਦੇ ਵਿੱਚ
ਉਹਨੂੰ ਕਲੇਮ ਕਰ ਸਕਦੇ ਹੋ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਚੈਰੀਟੇਬਲ ਨੂੰ, ਉਹਦੇ ਨਾਲ ਚੈਰਿਟੀ ਵੀ ਹੁੰਦੀ ਹੈ ਔਰ ਤੁਹਾਨੂੰ ਵੀ ਇਹ ਫੀਲਿੰਗ ਹੁੰਦੀ ਹੈ ਕਿ ਤੁਸੀਂ ਫੈਲੋ। ਸੋ ਇਹ ਸਾਰੇ ਸਿਸਟਮ ਨੇ ਜਿਹਨਾਂ ਦੇ, ਲੇਕਿਨ ਜਦੋਂ ਪੋਪੂਲਰਲੀ ਇਹ ਕਿਹਾ ਜਾਂਦਾ ਹੈ ਕਿ ਜੀ ਇਹਦੀਆਂ 3 ਬ੍ਰਾਂਚਿਸ ਐਗਜ਼ੈਕਟਿਵ, ਲੈਜਿਸਲੇਟਿਵ ਔਰ ਜੁਡੀਸ਼ਰੀ ਔਰ ਮੀਡੀਆ ਨੂੰ ਜਿਹੜਾ ਉਹ 4th ਪਿਲਰ ਕਿਹਾ ਜਾਂਦਾ ਹੈ। ਹੁਣ ਇਹ ਜਿਹੜੀ ਸੋ ਕਾਲਡ ਜਮਹੂਰੀਅਤ ਦੀ ਮਾਂ ਕਹਿਣ ਵਾਲੇ, ਜਿਸ ਨੂੰ ਜੇ ਤੁਸੀਂ ਰਿਪੋਰਟਰਸ ਵਿਦਆਊਟ ਬਾਰਡਰਸ ਦੇਖੋ ਤੇ 142ਵੇਂ ਨੰਬਰ ਤੇ ਭਾਰਤ ਦੇ ਮੀਡੀਆ ਨੂੰ ਰੱਖਿਆ ਹੋਇਆ ਪਾਰਸ਼ਲ ਫ੍ਰੀ ਦੇ ਥੱਲੇ, ਉਤੋਂ ਅੰਦਾਜ਼ਾ ਲਾ ਲਓ। ਔਰ ਹੁਣ ਤਾਂ ਅਸੀਂ ਜਿਵੇਂ ਲਖੀਮਪੁਰ ਖੀਰੀ ਦੀ ਗੱਲ ਕੀਤੀ, ਜੋ ਵੀ ਖਬਰਾਂ ਸਾਨੂੰ ਆਈਆਂ ਨੇ ਉਹ ਜਾਂ ਸੋਸ਼ਲ ਮੀਡੀਆ ਹੈ ਤੇ ਜਾਂ ਜਿਹੜੇ ਕੋਈ ਜਾਗਦੀਆਂ ਜ਼ਮੀਰਾਂ ਵਾਲੇ ਜਰਨਲਿਸਟ ਛੱਡ ਕੇ ਜਿਹੜੇ ਖੁਦ ਯੂਟਿਊਬਰ ਬਣ ਗਏ ਉਹਨਾਂ ਰਾਹੀਂ ਆਏ। ਹੁਣ ਪਿਛਲੇ 10-12 ਘੰਟੇ ਤੋਂ WhatsApp, Instagram, Facebook ਇਹ ਸਾਰੇ ਵੀ ਬੰਦ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜੀ ਕੋਈ ਗਲੋਬਲ ਗਲਿਚ ਹੋ ਗਈ, ਉਹਨਾਂ ਨੇ ਵੀ ਕਿਹਾ ਹੋ ਸਕਦਾ ਇਹਦੇ ਵਿੱਚ ਕਾਫੀ, ਕਿਉਂਕਿ ਹੁਣ ਉੱਥੇ ਉਹਨਾਂ ਦੇ ਸ਼ੇਅਰ ਵੀ ਵਿੱਚ ਬੜੇ ਹੋਏ ਨੇ ਤੇ ਇਹਨਾਂ ਦੇ ਟੈਕੀ ਵੀ ਵਿੱਚ ਬੜੇ ਹੋਏ ਨੇ ਕਿ ਵੀ ਇਹ ਕਿਉਂਕਿ ਲਖੀਮਪੁਰ ਖੀਰੀ ਤੋਂ ਲੈ ਕੇ 6 ਜ਼ਿਲ੍ਹਿਆਂ 'ਚ ਤਾਂ ਇੰਟਰਨੈਟ ਉਹਨਾਂ ਨੇ ਰਾਈਟ ਅਵੇ ਬੰਦ ਕਰਤਾ ਸੀ, ਫੋਨ ਵੀ ਜੈਮ ਕਰ ਦਿੱਤੇ ਸੀ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਵੇਲੇ ਉਹ ਇਸ ਹੱਦ ਤੱਕ ਵਿੱਚ ਬੜੇ ਹੋਏ ਨੇ ਕਿ ਇਹ ਬਾਹਰਲੇ ਸਾਰੇ ਨੂੰ ਵੀ ਅਪਸੈਟ ਕਰ ਸਕਦੇ ਨੇ। ਲੇਕਿਨ ਜੇ ਅਸੀਂ ਇਹ ਦੇਖੀਏ ਵੀ ਮੀਡੀਆ ਨੇ ਜਿਹੜੇ ਉਹਨਾਂ ਦੇ ਉੱਥੇ ਗੋਦੀ ਮੀਡੀਆ ਬੈਠਾ ਹੈ, ਉਹ ਤਾਂ ਇਹਨੂੰ ਉਹੀ ਬਣਾ ਰਿਹਾ, ਉਪਦਰਵ ਕਰਤਾ ਖਾਲਿਸਤਾਨੀ। ਹੁਣ ਉਹਦੇ 'ਚ 2-4 ਜਿਹੜੇ ਨੌਜਵਾਨ ਨੇ ਉਹਨਾਂ ਨੇ ਭਿੰਡਰਾਂ ਵਾਲਿਆਂ ਦੀ ਟੀ-ਸ਼ਰਟ ਪਾਈ ਹੋਈ ਹੈ ਜਿਹਦੇ ਤੇ ਕੈਮਰਾ ਬਾਰ-ਬਾਰ ਲਾ ਰਹੇ ਨੇ ਬੱਬਰ ਖਾਲਸਾ, ਬੱਬਰ ਖਾਲਸਾ, ਔਰ ਉਪਦਰਵ ਮਚਾ ਦਿਆ ਉਹਨਾਂ ਨੇ, ਕਿਸਾਨों ने ये कर दिया, वो कर दिया। ਉਹ ਤਾਂ ਆਪਣੇ ਕੰਮ ਤੇ ਲੱਗੇ ਹੋਏ ਨੇ। ਹਾਲਾਂਕਿ ਜਿਹੜਾ ਨੈਰੇਟਿਵ ਮੈਂ ਸਮਝਦਾ ਹਾਂ ਵੀ ਉੱਥੇ ਜਿਹੜੇ ਯੂਟਿਊਬਰਸ ਨੇ ਔਰ ਕਿਸੇ ਹੱਦ ਤੱਕ NDTV ਦਾ ਇਹਦੇ ਤੇ ਪੋਜ਼ਿਟਿਵ ਰਿਹਾ। ਹਾਲਾਂ ਇਨ ਦਾ ਐਂਡ ਆਫ ਦਾ ਡੇ ਉਹਨਾਂ ਨੂੰ ਵੀ ਖਾਲਿਸਤਾਨ ਲਫ਼ਜ਼ ਨਾਲ, ਹੁਣ ਜਿਵੇਂ ਉਹ ਇੱਕ ਉਹਨਾਂ ਦਾ ਰਿਪੋਰਟਰ ਵੱਡੇ ਇਸ ਕਿਸਮ ਦੇ ਨੈਟਵਰਕ ਦਾ, ਉਹ ਇੱਕ ਨੂੰ ਇੰਟਰਵਿਊ ਕਰ ਰਿਹਾ, ਉਹਨੂੰ ਪੁੱਛ ਰਿਹਾ ਕਿ ਜੀ ਕੀ ਉਹ ਸਾਰਾ ਬੜੀ ਚੇਸਟ ਹਿੰਦੀ 'ਚ ਦੱਸ ਰਿਹਾ। ਫਿਰ ਉਹ ਉਹਨਾਂ ਨੂੰ ਰਿਪੋਰਟਰ ਕਹਿੰਦਾ ਕਿ ਜੀ ਇਹ ਜਿਹੜਾ ਐਸਾ ਵੀ ਆਇਆ ਕਿ ਵੀ ਕੁਛ ਨੇ ਜਿਹੜਾ ਉਹ ਪਿੰਡਾਂ ਵਾਲਿਆਂ ਦੀ ਤਸਵੀਰ ਚੁੱਕੀ ਹੋਈ ਸੀ। ਹੁਣ ਉਹ ਬੇਸ਼ੱਕ ਸਿੱਖੀ ਸਰੂਪ 'ਚ ਵੀ ਨਹੀਂ ਹੈ ਜਿਹੜਾ ਜਵਾਬ ਦੇ ਰਿਹਾ। ਉਹ ਕਹਿੰਦਾ ਫਿਰ ਕੀ ਹੋ ਗਿਆ, ਪਿੰਡਾਂ ਵਾਲਿਆਂ ਨੇ ਕਿਹੜਾ, ਉਹਨਾਂ ਨੇ ਤਾਂ ਸੈਂਟਰ ਸਟੇਟ ਜ਼ਬਰ ਦੇ ਖਿਲਾਫ। ਉਹ ਇੱਕਦਮ ਸ਼ੌਕ 'ਚ ਚਲਾ ਜਾਂਦਾ ਜਿਹੜਾ ਰਿਪੋਰਟਰ ਹੈ, ਉਹ ਸ਼ਾਇਦ ਲਾਈਵ ਕਰ ਰਿਹਾ ਸੀ, ਉਹਨੂੰ ਲੱਗਦਾ। ਤੇ ਉਹ ਅੱਗੋਂ ਕਹਿੰਦਾ ਜੇ ਨਥੂਰਾਮ ਗੋਡਸੇ ਦੀ ਜਿਹੜੀ ਆ, ਕਿਉਂਕਿ 2 ਅਕਤੂਬਰ ਹੋ ਕੇ ਹਟਿਆ ਗਾਂਧੀ ਦਾ ਜਨਮ ਦਿਨ, ਨਥੂਰਾਮ ਗੋਡਸੇ ਦੇ ਬੁੱਤ ਤੇ ਜਾ ਕੇ ਹਿੰਦੂ ਮਹਾਸਭਾ ਨੇ ਹਾਰ ਚੜਾਏ ਨੇ। ਸਾਧਵੀ ਪ੍ਰਗਿਆ ਵਰਗੀ MP ਦੂਜੀ ਉਹ ਵੀ ਉੱਥੇ ਹੁੰਦੀ ਹੈ। ਤੇ ਉਹ ਕਹਿੰਦਾ ਵੀ ਜੇ ਗੋਡਸੇ ਨੂੰ ਹਾਰ ਪਾਏ ਜਾ ਸਕਦੇ ਨੇ ਤੇ ਪਿੰਡਾਂ ਵਾਲੇ ਤਾਂ, ਉਹ ਕਹਿੰਦੇ ਇਹ ਦੋਨੋਂ ਹੀ ਗਲਤ ਹੈ। ਉਹ ਪੱਤਰਕਾਰ ਕਹਿੰਦਾ। ਉਹ ਫਿਰ ਇੰਦਾ ਮੀਨ ਟਾਈਮ ਇੱਕ ਹੋਰ ਪਿੱਛੋਂ ਆ ਜਾਂਦਾ ਹਰੀ ਪੱਗ ਵਾਲਾ ਕਿਸਾਨ, ਨਹੀਂ ਹਮ ਕਿਸੇ ਕੇ ਸਾਥ, ਹਮ ਬਿਲਕੁਲ ਹਮਨੇ ਕਿਸਾਨੀ ਝੰਡੇ। ਇਹ ਮਤਲਬ ਇਹ ਹੈ ਕਿ ਹੁਣ ਵੀ ਉਹਨਾਂ ਦੀ ਕੋਸ਼ਿਸ਼ ਇਹ ਹੈ ਮੀਡੀਆ ਦਾ ਜਿਹੜਾ ਥੋੜਾ ਬਹੁਤ ਹੈ, ਜਿਨ੍ਹਾਂ ਨੂੰ ਮੈਂ ਯੂਟਿਊਬਰ ਵੀ ਕਹਿ ਰਿਹਾ, ਉਹਨਾਂ ਨੂੰ ਵੀ ਜਿੱਥੇ ਭਿੰਡਰਾਂ ਵਾਲੇ ਲਫ਼ਜ਼ ਆ ਜਾਂਦਾ ਉਹਨਾਂ ਨੂੰ ਲੱਗਦਾ ਹਾਲਾਂ ਲਾਸ਼ਾਂ ਪਈਆਂ ਹੋਈਆਂ ਨੇ ਕਿਸਾਨਾਂ ਦੀਆਂ, ਔਰ ਉਸ ਸਾਹਮਣੇ ਉੱਥੇ ਉਹ ਵੀ ਇੱਕ ਸ਼ੌਕ 'ਚ ਚਲੇ ਜਾਂਦੇ ਨੇ ਕਿ ਵੀ ਅੱਛਾ ਅਜੇ। ਹਾਲਾਂਕਿ ਹਰ ਜਿਹੜਾ ਵੀ ਥੋੜਾ ਬਹੁਤ ਸਿੱਖ ਸਾਈਕੀ ਨੂੰ ਸਮਝਦਾ ਹੈ, ਉਹਨੂੰ ਪਤਾ ਹੈ ਵੀ ਲੜ ਤਾਂ ਸਿੱਖ ਸਪਿਰਿਟ ਰਹੀ ਹੈ, ਉਹ ਲਖੀਮਪੁਰ ਖੀਰੀ 'ਚ ਲੜ ਰਹੀ ਹੈ ਕਿ ਦਿੱਲੀ 'ਚ ਲੜ ਰਹੀ ਹੈ ਕਿ ਹਰਿਆਣੇ 'ਚ ਲੜ ਰਹੀ ਹੈ, ਜਾਂ ਕੱਲ ਨੂੰ ਅਸੀਂ ਭਾਰਤ ਦੀ ਗਲੀ 'ਚ ਲੜਾਂਗੇ ਇਹਨਾਂ ਦੇ ਨਾਲ। ਇਹ ਉਹੀ ਸਿੱਖੀ ਸਪਿਰਿਟ ਹੈ ਜਿਹਨੇ ਸਾਨੂੰ ਇਹ ਸਿਖਾਇਆ ਹੋਇਆ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਜਿਹੜਾ ਨਿਰਧਨ ਦਾ ਪ੍ਰਤਿਪਾਲਕ ਹੈ, ਡਾਊਨ ਟ੍ਰੋਡਨ ਦੇ ਨਾਲ ਖੜਾ ਤੇ ਟਾਇਰੈਂਟ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਚੈਲੰਜ ਕਰਨ ਦੀ ਹਿੰਮਤ ਰੱਖਦਾ। ਐਗਜ਼ੈਕਟਲੀ ਇਹੀ ਹੋ ਰਿਹਾ। ਲੇਕਿਨ ਚੌਥਾ ਪਿਲਰ ਤਾਂ ਵੈਸੇ ਹੀ ਗਾਇਬ। ਐਗਜ਼ੈਕਟਿਵ ਹੁਣ ਐਬਸੋਲੂਟ ਬਰੂਟ ਮੈਜੋਰਿਟੀ ਹੈ ਇਹਨਾਂ ਕੋਲ, 300+ ਲੈਜਿਸਲੇਟਿਵ ਤਾਂ ਇੱਕ ਜੋਕ ਬਣ ਗਿਆ। ਪਾਰਲੀਮੈਂਟ ਦੇ ਅੰਦਰ ਜਿਹੜੇ ਨੇ ਉਹ ਆਪੋਜੀਸ਼ਨ ਵਾਲਿਆਂ ਨੂੰ ਕੁੱਟਿਆ ਉਹਨਾਂ ਨੇ, ਟਾਸਕ ਫੋਰਸ ਸੱਦ ਕੇ। ਬਿਊਰੋਕਰੇਸੀ ਕੀ ਕਰ ਰਹੀ ਹੈ, ਉਹ ਜ਼ਾਹਰ ਹੈ ਕਿ ਵੀ ਬਿਊਰੋਕਰੇਸੀ ਤਾਂ ਉਹੀ ਕੁਝ ਕਰਦੀ ਹੈ ਜੋ ਮਾਸਟਰ ਦੀ ਅੱਖ ਹੁੰਦੀ ਹੈ, ਆਕਾ ਦੀ ਅੱਖ। ਜੁਡੀਸ਼ਰੀ ਅਮਰੀਕਾ ਦੇ ਹਵਾਲੇ ਨਾਲ ਅਸੀਂ ਅਕਸਰ ਟਰੰਪ ਪੀਰੀਅਡ ਦੀ ਗੱਲ ਕਰਦੇ। ਹੁਣ ਜੇ ਇਮੀਗ੍ਰੇਸ਼ਨ ਰਿਲੇਟਡ ਜਾਂ ਕੋਈ ਜੇ 4 ਮੁਲਕਾਂ ਦੇ ਆਉਣ ਤੋਂ ਪਾਬੰਦੀ, ਦੂਜਾ ਹੁੰਦਾ ਹੈ ਕੋਰਟ ਸਟੇ ਦੇ ਦਿੰਦੇ ਨੇ, ਚੈਲੰਜ ਹੁੰਦਾ ਹੈ ਇਲੈਕਸ਼ਨ, ਰਿਗਡ ਇਲੈਕਸ਼ਨ, ਸਟੋਲਨ ਇਲੈਕਸ਼ਨ, ਫਲਾਣਾ 6-7 ਸਟੇਟਾਂ ਦੇ ਵਿੱਚੋਂ ਜਾ ਕੇ ਕਰਦਾ। ਉਹ ਕਹਿੰਦਾ ਵੀ ਨੋ ਫੇਅਰ, ਐਵਰੀਥਿੰਗ ਹੈਪਨਡ ਰਾਈਟ।
ਸੋ ਇਹ ਹੈ ਜਦੋਂ ਅਸੀਂ ਜਮਹੂਰੀਅਤ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਵੀ ਇੱਕ ਧਿਰ ਨਫ਼ਰਤ ਵੀ ਫੈਲਾ ਸਕਦੀ ਹੈ, ਜਿਵੇਂ ਟਰੰਪ ਈਰਾ 'ਚ ਆਈ, ਸੁਸਾਇਟੀ ਨੂੰ ਪੋਲਰਾਈਜ਼ ਵੀ ਕਰ ਸਕਦੀ ਹੈ, ਪਰ ਉਹ ਮੀਡੀਆ, ਜੁਡੀਸ਼ਰੀ ਔਰ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਬਲੈਕਮੇਲ ਹੋਣ ਤੋਂ ਨਾ ਕਰਦੀਆਂ ਨੇ। ਅਮਰੀਕਾ ਬਚ ਜਾਂਦਾ ਹੈ, ਬੈਕ ਔਨ ਦਾ ਟਰੈਕ ਚੜ ਜਾਂਦਾ ਹੈ। ਹੁਣ ਉੱਥੇ ਬਾਕੀ ਤਾਂ ਆਲਰੇਡੀ ਨਜ਼ਰ ਆ ਹੀ ਰਿਹਾ ਹੈ। ਜੁਡੀਸ਼ਰੀ ਹਾਲਾਂ ਕੋਈ ਅਸੀਂ ਕਈ ਵਾਰ ਗੱਲ ਕਰ ਚੁੱਕੇ ਹਾਂ, ਹੁਣ ਕਿਸਾਨ ਮੂਵਮੈਂਟ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ। ਇਹਨਾਂ ਦੇ ਲਈ ਜਿਹੜਾ ਇਹਨਾਂ ਨੂੰ ਲੱਗਦਾ ਨਹੀਂ ਹੈ ਕਿ ਭਾਈ ਉਹਨੂੰ ਕੱਢਣ, ਬਾਹਰ ਰੱਖਣ, ਕੀ ਕਰਨ। ਔਰ ਅਸੀਂ ਆਲਰੇਡੀ ਵੀ ਇੱਕ ਵਾਰੀ ਇਹ ਜ਼ਿਕਰ ਕੀਤਾ ਸੀ ਕਿ ਇਹ ਜੁਡੀਸ਼ਰੀ ਨੂੰ ਐਜ਼ ਏ ਸੌਰਡ ਬਣਾ ਕੇ, ਤਲਵਾਰ ਬਣਾ ਕੇ ਫਾਰਮਰ ਮੂਵਮੈਂਟ ਦਾ ਘਾਣ ਕਰਨਾ ਚਾਹੁੰਦੇ ਨੇ। ਔਰ ਉਸ ਦੇ ਜਿਹੜੇ ਨੇ ਆਸਾਰ ਕਲੀਅਰਲੀ ਹੁਣ ਨਜ਼ਰ ਆ ਰਹੇ ਨੇ। ਹੁਣ ਜਿਨ੍ਹਾਂ ਨੇ ਮੋਰਚਾ ਸ਼ੁਰੂ ਕੀਤਾ ਹੋਇਆ ਸੰਯੁਕਤ ਕਿਸਾਨ ਮੋਰਚਾ, ਉਹਦੇ ਨਾਲ ਇਸ ਜਥੇਬੰਦੀ ਦਾ ਕੋਈ ਸਬੰਧ ਨਹੀਂ ਹੈ। ਇਹ ਬੀਜੇਪੀ ਦਾ ਇੱਕ ਵਿੰਗ ਕਿਸਾਨ ਮਹਾ ਪੰਚਾਇਤ ਦੇ ਥੱਲੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਕੀਤੀ ਕਿ ਜੀ ਸਾਨੂੰ ਜੰਤਰ ਮੰਤਰ ਰੋਡ ਦੇ ਉੱਤੇ ਪ੍ਰੋਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਏ। ਹੁਣ ਇਸ ਬਹਾਨੇ ਦੇ ਨਾਲ ਸੁਪਰੀਮ ਕੋਰਟ ਕਿਵੇਂ ਫਾਰਮਰ ਮੂਵਮੈਂਟ ਨੂੰ ਜਾਂ ਧਰਨਿਆਂ ਨੂੰ ਇਲੀਗਲ ਡਿਕਲੇਅਰ ਕਰ ਸਕਦਾ ਆਉਣ ਵਾਲੇ ਦਿਨਾਂ 'ਚ, ਔਰ ਇਹ ਗਵਰਨਮੈਂਟ ਨੂੰ ਆਰਡਰ ਕਰ ਸਕਦਾ ਹੈ ਕਿ ਭਾਈ ਇਹਨਾਂ ਨੂੰ ਚੁਕਾਓ। ਗਵਰਨਮੈਂਟ ਕਹੇਗੀ ਦੇਖੋ ਜੀ ਕਾਨੂੰਨ ਦੀ ਬਾਲਾਦਸਤੀ, ਅਸੀਂ ਤਾਂ ਜੁਡੀਸ਼ਰੀ ਨੂੰ ਅਵੇਅਰ ਕਰ ਰਹੇ ਹਾਂ। ਹੁਣ ਸੁਪਰੀਮ ਕੋਰਟ ਨੇ ਇਸ ਹੀਅਰਿੰਗ ਦੇ ਦੌਰਾਨ ਜਿਹੜੀ ਟਿੱਪਣੀ ਕੀਤੀ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਸੁਪਰੀਮ ਕੋਰਟ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ। ਸੁਪਰੀਮ ਕੋਰਟ ਦਾ ਇੱਕ ਜੱਜ ਕਹਿੰਦਾ ਹੈ, ਜਸਟਿਸ AM Khanwilkar, we have stayed the form laws, there is nothing to be implemented, ਕਿ ਅਸੀਂ ਤਾਂ ਕਾਨੂੰਨ ਰੋਕੇ ਹੋਏ ਨੇ, ਜ਼ਾਹਰ 18 ਮਹੀਨੇ ਲਈ ਸਸਪੈਂਡ ਨੇ। ਉਹਨਾਂ ਨੇ ਕਿਹਾ ਕੋਈ ਲਾਗੂ ਤਾਂ ਹੈ ਨਹੀਂ। what are the farmers protecting about? ਅਸੀਂ ਤਾਂ ਪਹਿਲਾਂ ਹੀ ਸਸਪੈਂਡ ਕੀਤੇ ਹੋਏ ਨੇ। ਉਹ protesting about, ਉਹ ਕਾਹਦੇ ਤੇ ਪ੍ਰੋਟੈਸਟ ਕਰ ਰਹੇ ਨੇ? no one other than the court can decide the validity of the form laws। ਇਹ ਤਾਂ ਕਾਨੂੰਨ ਨੇ ਡਿਸਾਈਡ ਕਰਨਾ ਹੈ ਵੀ ਇਹ ਜਿਹੜੇ ਕਾਨੂੰਨ ਨੇ ਇਹ ਠੀਕ ਨੇ ਕਿ ਨਹੀਂ। ਇਹ ਪ੍ਰੋਟੈਸਟ ਦਾ ਕੀ ਮਤਲਬ ਹੈ? when that is so and when farmers are in a court challenging the laws, why protest on street? ਫਿਰ ਤੁਸੀਂ ਗਲੀਆਂ 'ਚ ਕਿਉਂ ਜਿਹੜਾ ਉਹ ਕਰ ਰਹੇ ਹੋ ਜਦੋਂ ਕਿ ਆਲਰੇਡੀ ਸਸਪੈਂਡ ਕੀਤੇ ਹੋਏ ਨੇ? ਅਸੀਂ ਡਿਸਾਈਡ ਕਰਨਾ ਹੈ ਕਿ ਵੀ ਇਹ ਠੀਕ ਹੈ ਕਿ ਨਹੀਂ ਹੈ। ਔਰ when you have already filed a petition before a court challenging the act or actions of the executive, how can you then protest? ਕਿ ਜੀ ਤੁਹਾਡਾ ਕੇਸ ਤਾਂ ਇੱਥੇ ਆਇਆ ਹੋਇਆ ਹੈ ਔਰ ਤੁਸੀਂ ਕਿਵੇਂ ਪ੍ਰੋਟੈਸਟ ਕਰ ਸਕਦੇ ਹੋ? who are you protesting against? ਤੁਸੀਂ ਕਿਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੋ? how can the executive allow these protests? ਕਿ ਸਰਕਾਰ ਇਹ ਅਲਾਉ ਕਿਉਂ ਕਰ ਰਹੀ ਹੈ ਉਹਨਾਂ ਪ੍ਰੋਟੈਸਟਾਂ ਨੂੰ? what is the validity of these protests? ਇਹਨਾਂ ਕਾਨੂੰਨਾਂ ਦੀ ਜਿਹੜੀ ਹੈ ਉਹ ਨਿਆਂ ਸੰਗਤਾ ਕੀ ਹੈ, ਇਹਦੀ ਕੀ ਵੈਲਿਡਿਟੀ ਹੈ? ਦਾ ਟੌਪ ਕੋਰਟ ਆਸ ਦਾ ਫਾਰਮਰਸ ਯੂਨੀਅਨ। ਔਰ ਇਹ ਸਾਰਾ ਅੱਗੇ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਵੀ ਇਸ ਸਾਰੇ ਦੇ ਚਲਦਿਆਂ ਆਉਣ ਵਾਲੇ ਦਿਨਾਂ 'ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸੁਪਰੀਮ ਕੋਰਟ ਦਾ ਬੈਂਚ ਇੱਕ ਸਰਕਾਰ ਨੂੰ ਆਰਡਰ ਕਰੇ ਕਿ ਜੀ ਇਹ ਪ੍ਰੋਟੈਸਟ, ਕਿਉਂਕਿ ਸੁਪਰੀਮ ਕੋਰਟ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਕਿ ਅਸੀਂ ਇਸ ਗੱਲ ਦਾ ਸੰਗਿਆਨ ਲੈ ਰਹੇ ਹਾਂ, ਵੀ ਆ ਐਕਸਪਲੋਰਿੰਗ ਇਟ, ਕਿ ਕੀ ਰਾਈਟ ਟੂ ਪ੍ਰੋਟੈਸਟ ਫੰਡਾਮੈਂਟਲ ਰਾਈਟ ਹੈ ਕਨਸਟੀਟਿਊਸ਼ਨ 'ਚ ਕਿ ਨਹੀਂ। ਦੇਖੋ ਔਰ ਫਿਰ ਸੈਕੰਡ ਇਹ ਹੋਏਗਾ ਕਿ ਵੀ ਇਹ ਆਲਰੇਡੀ ਸਸਪੈਂਡ ਕੀਤੇ ਨੇ, ਇਹ ਜਿਹੜਾ ਪ੍ਰੋਟੈਸਟ ਕਰਨਾ ਹੈ ਇਹ ਤਾਂ ਕੋਰਟ ਦੀ ਤੋਹੀਨ ਹੈ, ਕਿਉਂਕਿ ਆਲਰੇਡੀ ਦਾ ਕੇਸ ਇਸ ਵਿਦ ਦਾ ਸੁਪਰੀਮ ਕੋਰਟ। ਸੋ ਹੁਣ ਉਹ ਸੁਪਰੀਮ ਕੋਰਟ ਜਿਹਦੇ ਕੋਲ 5 ਅਗਸਤ 2019 ਜਦੋਂ ਜੰਮੂ ਕਸ਼ਮੀਰ ਦਾ ਆਈਨੀ ਰੁਤਬਾ ਖਤਮ ਕੀਤਾ ਜਾਂਦਾ, ਆਰਟੀਕਲ 370, ਜਿਹੜਾ ਜਿਸ ਕਨਸਟੀਟਿਊਸ਼ਨ ਦੀ ਸਹੁੰ ਖਾ ਕੇ ਚੀਫ ਜਸਟਿਸ ਨੇ ਸਹੁੰ ਚੁੱਕੀ, ਉਹਦੇ ਹਿੱਸਾ ਸੀ, ਅੱਜ ਉਹ ਨਹੀਂ ਹੈ। ਤੇ ਇਸ ਦੇ ਉੱਤੇ 100+ ਰਿਟ ਪਟੀਸ਼ਨਸ ਨੇ। ਸੁਪਰੀਮ ਕੋਰਟ ਦੇ ਕੋਲ ਵਕਤ ਨਹੀਂ ਹੈ 5 ਅਗਸਤ 2019 ਤੋਂ ਲੈ ਕੇ 2 ਸਾਲ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਕਿ ਉਹਦੀ ਸੁਣਵਾਈ ਕਰ ਸਕੇ। ਉਹਨਾਂ ਨੇ ਉੱਥੇ ਰੋਲ ਕੇ ਰੱਖ ਦਿੱਤਾ ਲੋਕਾਂ ਨੂੰ, ਸਾਰੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਉਖਾੜ ਕੇ ਸੁੱਟ ਰਹੇ ਨੇ। ਤੇ ਉਹ ਸੁਪਰੀਮ ਕੋਰਟ ਦੇ ਉੱਤੇ ਫਾਰਮਰ ਬਹਿ ਜਾਣ ਕਿ ਜੀ ਇਹ ਸੁਪਰੀਮ ਕੋਰਟ ਸਾਨੂੰ ਜਸਟਿਸ ਦੇਗਾ। ਹੁਣ ਮੈਨੂੰ ਲੱਗਦਾ ਹੈ ਕਿ ਵੀ ਇਹ ਵੀ ਸਿੱਖਾਂ ਦੇ ਸ਼ਾਇਦ ਹਿਸ ਕੁਰਬਾਨੀ ਤਾਂ ਹੋਏਗੀ, ਸਾਡੀ ਬਹੁਤ ਸਾਰਾ ਨੁਕਸਾਨ ਇਹ ਕਰਨਗੇ ਸਾਡਾ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਦੀ ਹੁਣ ਸੱਫ ਵਲੇਟਣ ਦਾ ਹੀ ਟਾਈਮ ਆ ਗਿਆ ਲੱਗਦਾ। ਔਰ ਉਹ ਸੱਫ ਵਲੇਟਣ ਦੇ ਵਿੱਚ ਕੱਲੀ ਮੋਦੀ ਸਰਕਾਰ ਜਾਂ ਉਹਨਾਂ ਦੀ ਬਿਊਰੋਕ੍ਰੇਸੀ ਦੀ ਨਹੀਂ, ਨਾਲ ਲੱਗਦਾ ਜਿਹੜਾ ਉਹ ਜੁਡੀਸ਼ਰੀ ਦੀ ਵੀ
ਜਿਹੜੀ ਹੈ ਸਾਫ਼ ਇਹ ਸਿੱਖਾਂ ਨੇ ਹੀ ਵਲੇਟਣੀ ਹੈ ਤੇ ਗੱਲ ਉਸੇ ਡਾਇਰੈਕਸ਼ਨ 'ਚ ਜਾ ਰਹੀ ਹੈ। ਸਰਕਾਰ ਸੁਪਰੀਮ ਕੋਰਟ ਤੋਂ ਇਸ ਕਿਸਮ ਦੀ ਲਏਗੀ ਜਜਮੈਂਟ ਕਿ ਜੀ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ ਪ੍ਰੋਟੈਸਟ, ਇਹ ਫੰਡਾਮੈਂਟਲ ਰਾਈਟ ਨਹੀਂ ਹੈ। ਇਹ ਕੋਰਟ ਦੀ ਜਿਹੜੀ ਹੈ ਉਹ ਜਿਸ ਨੂੰ ਇਹ ਲਫ਼ਜ਼ ਇਸਤੇਮਾਲ ਕਰਦੇ ਨੇ ਕਿ ਉਹਨਾਂ ਦੀ ਅਵੇਲਣ ਹੈ ਜਾਂ ਮਾਨਯੋਗ ਸੁਪਰੀਮ ਕੋਰਟ ਦਾ ਨਿਰਾਦਰ ਹੈ ਔਰ ਇਹਨਾਂ ਨੂੰ ਚੁੱਕੋ। ਹੁਣ ਆਉਣ ਵਾਲਾ ਪੀਰੀਅਡ ਜਿਹੜਾ ਹੈ ਇਹ ਮੈਨੂੰ ਲੱਗਦਾ ਹੈ ਕਿ ਵੀ ਮੂਵਮੈਂਟ ਦਾ ਇੱਕ ਪੱਖ ਜਿਹੜਾ ਸ਼ਾਂਤਮਈ ਹੋਣ ਦੇ ਬਾਵਜੂਦ ਜਿਹਨੇ ਸਾਡੇ 700 ਤੋਂ 900 ਤੱਕ ਕਿਸਾਨਾਂ ਦੀ ਜਿਹੜੀ ਆ ਕੁਰਬਾਨੀ ਲਈ ਹੈ, ਆਉਣ ਵਾਲੇ ਪੀਰੀਅਡ 'ਚ ਇਹ ਬੜੇ ਸਖਤ ਵਾਇਲੈਂਟ ਫੇਜ਼ ਦੇ ਵਿੱਚ ਦਾਖਲ ਹੋਣ। ਨੋ ਡਾਊਟ ਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।